ਅੱਛਾ ਮੈਂ ਜੋ ਸਾਈਕਲ ਸਟੈਂਡ ਤੇ ਸਨਾ ਸਾਈਕਲ ਸਟੈਂਡ ਤੇ ਸ਼ੂਗਰ ਮਿਲ ਦੇ ਵਿੱਚ ਡਿਊਟੀ ਕਰਨਾ ਸਾਂ ਸਾਹਮਣੇ ਉਹਨਾਂ ਅਕਾਊਂਟ ਆਫਿਸ ਸੀ ਲੈਣਾ ਲੋਕਾਂ ਨੂੰ ਲੱਗੀਆਂ ਹੁੰਦੀਆਂ ਤੇ ਇਧਰ ਨੂੰ ਵੱਡਾ ਮੇਰਾ ਮੰਜਾ ਸੰਦੋਏ ਦਾ ਉੱਥੇ ਮੇਰੇ ਕੋਲ ਡੀਲਰ ਡੂਲਰ ਠੇਕੇਦਾਰ ਕੇ ਬੈਠੇ ਸਾਈਕਲ ਸਟੈਂਡ ਤੇ 900 ਬੰਦਾ ਮਿਲ ਚ ਮੁਲਾਜ਼ਮ ਸੀ 900 ਬੜਾ ਬੰਦਾ ਹੁੰਦਾ 900 ਬੰਦਾ ਮਿਲ ਚ ਮੁਲਾਜ਼ਮ ਸੀ ਕੋਈ ਠੇਕੇਦਾਰ ਕੋਈ ਜ਼ਿਮੀਂਦਾਰ ਸਾਰੇ ਨਾਲ ਮੇਰਾ ਤਲਕ ਸੀ ਕਿਉਂਕਿ ਮੈਂ ਗੇਟ ਤੇ ਹੁੰਦਾ ਸਾਂ ਜਿੱਥੋਂ ਮੈਨੂੰ ਬੈਨੀਫਿਟ ਰਿਹਾ ਮੈਂ ਤਲਕ ਬਣਾਉਣਾ ਸ਼ੁਰੂ ਅੱਜ ਵੀ ਤਲਕ ਬਣਾਉਂਦਾ ਫਿਰਨਾ ਅੱਜ ਮੈਂ ਜਿਹੜਾ ਦਰਬਦਰ ਰਿਹਾ ਕਰਨਾ ਨਾ ਹਰ ਪਾਸੇ ਅੱਜ ਜਿੱਥੇ ਬੈਠਾ ਕੱਲ ਮੈਂ ਸਾਰਾ ਦਿਨ ਉਹ ਆਰਫ ਰਹਿਣਾ ਤਲਕ ਬਣਾਉਣਾ ਤਲਕ ਬੜਾ ਕੰਮ ਆਉਂਦਾ ਤਲਕ ਮੇਰੇ ਕਿਵੇਂ ਕੰਮ ਆਇਆ ਉਹ ਜਿਹੜਾ ਮੇਰੇ ਚ ਮੈਂ ਤਲਕ ਬਣਾ ਲਿਆ ਨਾ ਲੋਕਾਂ ਨਾਲ ਮੇਰਾ ਲੋਕਾਂ ਨੂੰ ਪਤਾ ਲੱਗ ਗਿਆ ਮੈਨੂੰ ਲੋਕਾਂ ਦਾ ਪਤਾ ਸੀ ਮੈਂ ਟੈਕਸੀ ਚਲਾਉਣੀ ਸ਼ੁਰੂ ਕਰਤੀ ਮੈਨੂੰ ਸਟੈਂਡ ਤੇ ਨਹੀਂ ਜਾਣਾ ਪਿਆ ਜਦੋਂ ਮੈਂ ਟੈਕਸੀ ਚਲਾਉਣੀ ਸ਼ੁਰੂ ਕਰਤੀ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨਾਲ ਮੇਰੇ ਰਾਬਤੇ ਸਨ ਉਹਨਾਂ ਲੋਕਾਂ ਨੇ ਮੈਨੂੰ ਫੋਨ ਕਰਨਾ ਯਾਰ ਫਲਾਣੀ ਜਗ੍ਹਾ ਜਾਣਾ ਹੈ ਤੇ ਮੈਂ ਸਟੈਂਡ ਤੇ ਸਵਾਰੀ ਵਾਹ ਨਹੀਂ ਮੈਂ ਜਾਣਾ ਮੈਂ ਉਹਨਾਂ ਨਾਲ ਟੁੱਟ ਗਿਆ ਫਿਰ ਮੈਂ ਚਾਹ ਵਾਲੀ ਦੁਕਾਨ ਬਣਾਈ ਉਹ ਵੀ ਮੇਰੀ ਇੰਜ ਤਲਕ ਦੀ ਚੱਲ ਗਈ ਫਿਰ ਮੈਂ ਮੋਟਰਸਾਈਕਲਾਂ ਦਾ ਸ਼ੋਰੂਮ ਬਣਾਇਆ ਉਹ ਵੀ ਤਲਕ ਨਾਲ ਹੀ ਚੱਲ ਗਿਆ ਫਿਰ ਮੈਂ ਗੱਡੀਆਂ ਦਾ ਸ਼ੋਰੂਮ ਬਣਾਇਆ ਉਹ ਮੇਰਾ ਤਲਕ ਨਾਲ ਹੀ ਚੱਲ ਗਿਆ ਤਲਕ ਬਣਾਇਆ ਸੀ ਨਾ ਉਸ ਤਲਕ ਬਣਿਆ ਸੀ 900 ਬੰਦਾ ਉਹ ਜਿਹੜਾ ਸੀ ਨਾ ਮੇਰਾ ਮਿਲ ਵਾਲਾ ਤੇ 900 ਤੇ ਜਿਹੜਾ ਜ਼ਿਮੀਂਦਾਰ ਸੀ ਕੋਈ 10,000 ਬੰਦਾ ਹੋਏਗਾ ਉਹ ਜਿਹੜਾ 11-12,000 ਬੰਦਾ ਸੀ ਉਹ ਜਿਹੜੇ ਮੇਰੇ ਅੱਬੂ ਦੇ ਤਲਕ ਵਾਲੇ ਸਨ ਜਿਹੜੇ ਮੇਰੇ ਆਪਣੇ ਤਲਕ ਵਾਲੇ ਸਨ ਉਹ ਜੋ ਤਕਰੀਬਨ 20-25,000 30,000 ਬੰਦਾ ਸੀ ਤਲਕ ਵਾਲਾ ਉਸ ਦੌਰ 'ਚ ਉਸ ਤਲਕ ਦੇ ਵਿੱਚ ਮੇਰਾ ਕੰਮ ਜਿਹੜਾ ਵੀ ਮੈਂ ਕਰਨਾ ਸੀ ਮੈਨੂੰ ਹਾਈ ਮਿਲਦੀ ਸੀ ਉਸ ਕੰਮ ਦੇ ਵਿੱਚ ਅੱਜ ਹੁਣ ਮੇਰੇ ਉਹ ਕਰੋੜਾਂ ਦੇ ਵਿੱਚ ਲੋਕ ਨੇ ਉਦੋਂ ਮੇਰੇ 20,000 30,000 ਬੰਦਾ ਸੀ ਜਿਹੜਾ ਮੈਨੂੰ ਜਾਣਦਾ ਸੀ ਅੱਜ ਮੇਰੇ ਕਰੋੜਾਂ ਦੇ ਵਿੱਚ ਫਾਲੋਅਰਸ ਨੇ ਉਹ ਮੇਰੇ ਤਲਕ ਵਾਲੇ ਨੇ ਇਹ ਜਿਹੜੇ ਮੇਰੇ ਕੋਲ ਗੱਡੀਆਂ ਖਰੀਦਦੇ ਨੇ ਮੇਰੇ ਤਲਕ ਵਾਲੇ ਫਖਰ ਮਹਿਸੂਸ ਕਰਦੇ ਨੇ ਮੇਰੇ ਕੋਲ ਗੱਡੀ ਖਰੀਦੀ ਮੈਂ ਡੋਗਰ ਕੋਲ ਗੱਡੀ ਲੈ ਕੇ ਆਇਆ ਡੋਗਰ ਮੋਟ ਉਹਦੇ ਨਾਂ ਤੇ ਗੱਡੀ ਲੈ ਕੇ ਆਇਆ ਜਿੱਥੇ ਮੇਰੀ ਤਸਵੀਰ ਲੱਗੀ ਜਾਂਦੀ ਉੱਥੇ ਜਾ ਕੇ ਗੱਡੀ ਖਰੀਦਦੇ ਨੇ ਕਈਆਂ ਲੋਕਾਂ ਨੇ ਮੇਰੀਆਂ ਤਸਵੀਰਾਂ ਜੇਲੀ ਲਾਈਆਂ ਨੇ ਕਈਆਂ ਲੋਕਾਂ ਨੇ ਜਾਣ ਬੋਝ ਨੂੰ ਪਤਾ ਡੋਗਰ ਦੀ ਤਸਵੀਰ ਤੇ ਗੱਡੀ ਵਿਕਦੀ ਤੁਸੀਂ ਕਾੜੇ ਚਲੇ ਜਾਓ ਕਈਆਂ ਸ਼ੋਰੂਮਾਂ ਤੇ ਮੇਰੀਆਂ ਤਸਵੀਰਾਂ ਲੱਗੀਆਂ ਤੁਸੀਂ ਸਾਈਵਾਲ ਚਲੇ ਜਾਓ ਕਈਆਂ ਸ਼ੋਰੂਮਾਂ ਤੇ ਮੇਰੀਆਂ ਤਸਵੀਰਾਂ ਲੱਗੀਆਂ ਕਈਆਂ ਜਗ੍ਹਾ ਦੇ ਉੱਤੇ ਮੇਰੀਆਂ ਤਸਵੀਰਾਂ ਲਾ ਕੇ ਲੋਕਾਂ ਨੂੰ ਗੱਡੀਆਂ ਵੇਚ ਦਿੰਦੇ ਮੈਨੂੰ ਕੋਈ ਭਰਾ ਕਹਿੰਦਾ ਕੋਈ ਗੱਲ ਮੇਰੀ ਤਸਵੀਰ ਲਾ ਕੇ ਅਗਰ ਕਿਸੇ ਦਾ ਨਿਜ਼ਾਮ ਚੱਲਦਾ ਨਾ ਤੇ ਉਹ ਆਪਣਾ ਚਲਾ ਲਵੇ ਨਿਜ਼ਾਮ ਚੱਲਣਾ ਚਾਹੀਦਾ ਮੈਂ ਕਦੀ ਕਿਸੇ ਨੂੰ ਨਹੀਂ ਕਿਹਾ ਬੈਰੀਅਰ ਤੋਂ ਤੁਸੀਂ ਚਲੇ ਜਾਓ ਮਜ਼ਰ ਖਿੱਚੀ ਦੇ ਸ਼ੋਰੂਮ ਤੇ ਮੇਰੀ ਤਸਵੀਰ ਲੱਗੀ ਹੈ ਗੁਜਰਾਂਵਾਲੇ ਚੱਲ ਜਾਓ 3-4 ਸ਼ੋਰੂਮਾਂ ਤੇ ਮੇਰੀਆਂ ਤਸਵੀਰਾਂ ਲੱਗੀਆਂ ਨੇ ਮੈਂ ਕਦੀ ਨਹੀਂ ਕਿਸੇ ਨੂੰ ਆਖਿਆ ਵੀ ਯਾਰ ਤੂੰ ਮੇਰੀ ਤਸਵੀਰ ਕਿਉਂ ਲਾਈ ਹੈ ਮੈਂ ਸਗੋਂ ਨਾ ਹੋਰ ਇੱਕ ਲਾ ਇੱਕ ਬਾਹਰ ਵੀ ਆ ਔਰ ਨਾਲੇ ਗਏ ਆ ਬਿਲਕੁਲ ਖਾਲਦ ਦੇ ਸ਼ੋਰੂਮ ਤੇ ਤਸਵੀਰ ਲੱਗੀ ਉਹਨੇ ਬਾਹਰ ਵੀ ਲਾਈ ਅੰਦਰ ਵੀ 2 ਲਾਈਆਂ ਮੈਂ ਕਿਹਾ 2 ਹੋਰ ਲਾ ਬਲਕਿ ਵੀਡੀਓ ਲਾ ਕੇ ਆਇਆ ਵੀ ਮੇਰੀ ਤਸਵੀਰ ਹੈ ਮੇਰਾ ਭਰਾ ਹੈ ਛੋਟਾ ਇਹਦੇ ਕੋਲ ਗੱਡੀਆਂ ਲਵੋ ਮੈਂ ਹਮੇਸ਼ਾ ਅਗਲੇ ਨੂੰ ਪ੍ਰਮੋਟ ਕਰ ਅਗਲੇ ਨੂੰ ਇੱਜ਼ਤ ਦੇਣਾ ਮੈਂ ਜੇ ਮੇਰੀ ਤਸਵੀਰ ਲਾਉਣ ਨਾਲ ਤੁਹਾਡਾ ਨਿਜ਼ਾਮ ਚੱਲਦਾ ਤਾਂ ਚਲਾਓ ਜਿਹੜਾ ਮੇਰੀ ਕਿਸਮਤ ਚ ਰਿਜ਼ਕ ਮੈਨੂੰ ਲੱਭਣਾ ਜਿਹੜਾ ਤੁਹਾਡੀ ਜੋ ਤੁਹਾਨੂੰ ਲੱਭਣਾ ਤੇ ਮੇਰੀ ਹਮੇਸ਼ਾ ਆਦਤ ਵੀ ਹੈ ਕੋਸ਼ਿਸ਼ ਵੀ ਹੈ ਕਿਸੇ ਦਾ ਕੁਝ ਬਣ ਜਾਵੇ ਤੇ ਮੈਨੂੰ ਬਿਲਕੁਲ ਹਵਸ ਜਿਵੇਂ ਕਿ ਇਹਨੇ ਗੱਲ ਕੀਤੀ ਹੈ ਭਾਈ ਮੈਂ ਨਾ ਰਹਿੰਦਾ 24 ਘੰਟੇ ਮੈਨੂੰ ਹਵਸ ਹੈ ਹੀ ਨਹੀਂ ਪੈਸੇ ਦੀ ਪਰ ਪੈਸਾ ਆਸ਼ਿਕ ਵੀ ਬੜਾ मैं बस इन्ने मांगना बस मेरे को खर्चा खुर्चा चाहिए बस नेक नीति है ना जी नेक नीति है दूसरा है कि कोई गार्ड कोई बंदा कोई आंदा ना जी कि डॉक्टर साहब बड़ी मार ला मैंने तो निजाम चलाओ पहले कि तेरा निजाम किने ना चलेगा हां ये नहीं कभी क्या भी तू 20,000 ले ला 30,000 ले ला नहीं मैंने किने ना चलेगा उन्होंने कहना जी 60-70,000 अच्छा की कर लेना गाड़ी चला लेना बस ठीक है जी पत्ती कर मैं खर्चा क्यों पूछना बोला इसलिए पूछना कि यार बंदा मेरे को काम करने लग पवे खर्चा दा 70,000 ते मैं ਉਹਨੂੰ ਦਿਆਂ 30,000 ਤੇ ਫਿਰ ਕੀ ਕਰੇਗਾ ਇਹ ਪਰੇਸ਼ਾਨ ਰਹੇਗਾ ਪਿੱਛੋਂ ਪਰੇਸ਼ਾਨ ਰਹੇਗਾ ਕਰੂੰ ਖਰਚਾ 70,000 ਹੈ ਮੈਂ 30,000 ਕਮਾ ਰਿਹਾ ਤੇ ਕੀ ਕਰੇਗਾ ਲੜਾਈ ਝਗੜਾ ਕਰੇਗਾ ਪਰੇਸ਼ਾਨ ਰਹੇਗਾ ਡਿਸਟਰਬ ਰਹੇਗਾ ਕੰਮ ਨਹੀਂ ਕਰ ਸਕਦਾ ਕਈ ਐਸੇ ਲੋਕ ਨੇ ਮੈਨੂੰ ਬੜੇ ਫਖਰ ਨਾਲ ਦੱਸਦੇ ਨੇ ਬਈ ਜੀ 20,000 30,000 ਦਿੰਦੇ ਆ ਬੰਦੇ ਨੂੰ ਤਨਖਾਹ ਮੇਰਾ ਉਹਨਾਂ ਨਾਲ ਦੁਬਾਰਾ ਸਲਾਮ ਹੀ ਨਹੀਂ ਲੈਂਦਾ ਮੈਨੂੰ ਗੁੱਸਾ ਚੜਦਾ
ਜਿਹੜਾ 20-30 ਹਜ਼ਾਰ ਰੁਪਇਆ ਇਸ ਦੌਰ 'ਚ ਦਿੰਦਾ, 20-30 ਹਜ਼ਾਰ ਨਾਲ ਕਿਤੇ ਨਿਜ਼ਾਮ ਚੱਲਦਾ ਬੰਦੇ ਦਾ, ਸਹੀ ਗੱਲ ਮਾੜੇ ਬੰਦੇ ਦਾ। ਮੈਂ ਨਾ 20-30 ਹਜ਼ਾਰ ਰੁਪਇਆ ਖਾਦੀ ਯਾਰ, 20-30 ਹਜ਼ਾਰ ਰੁਪਏ ਦੀ 20-30 ਹਜ਼ਾਰ ਕਿਤੇ ਆ ਹੁਣ ਇਹ ਤੋਂ ਗੱਡੀ ਹੁੰਦਾ ਕਿੰਨੇ ਦਾ ਤੇਲ ਆ ਹੁਣ ਕਿਤੇ ਦਾ ਪਿਆ 45,000 45,000 ਦਾ ਹੁਣ 2 ਗੱਡੀਆਂ 'ਚ ਤੇਲ ਪਿਆ। ਵੀ ਗੱਲ ਇਹ ਵੀ ਇੱਥੋਂ ਦਿਹਾੜੀ 'ਚ ਰੋਟੀ ਖਾਣੇ ਆ 40-45-50,000 ਦੀ ਰੋਟੀ ਖਾ ਜਾਂਦੇ ਆ। ਜਿਹੜਾ ਇੱਕ ਬੰਦਾ 30-40,000 50,000 ਰੁਪਇਆ ਮਹੀਨੇ ਦਾ ਜ਼ਲੀਲ ਹੋ ਕੇ ਲੈਂਦਾ, ਮੈਨੂੰ ਵਿਚਾਰਾ ਕੀ ਕਰਦਾ ਹੋਏਗਾ। ਆ ਮੁੰਡਾ ਜਿਹੜਾ ਵੀਡੀਓ ਬਣਾ ਰਿਹਾ, ਮੈਨੂੰ ਉਹਦੇ ਭਾਈ ਨੇ ਫੋਨ ਕੀਤਾ ਨਾ, ਡੋਗਰ ਸਾਹਿਬ ਮੇਰਾ ਭਾਈ ਉੱਥੇ ਨਾ ਫਲਾਣੀ ਜਗ੍ਹਾ ਤੇ ਕੰਮ ਕਰਦਾ ਪਿਆ ਤੇ ਉਹ ਨਾ ਉੱਥੇ 50,000 ਰੁਪਇਆ ਸਾਰੇ ਲੈ ਰਿਹਾ ਤੇ ਉਹਦੀ ਕਿਤੇ ਐਡਜਸਟ ਕਰ ਸਕਦੇ ਉਹਨੂੰ। ਮੈਂ ਕਿਹਾ ਸਵੇਰੇ ਭੇਜ ਦਿਓ। ਮੈਂ ਨਹੀਂ ਉਹਨੂੰ ਕਿਹਾ ਵੀ ਮੈਂ 50 ਦੇਣੀ 40 ਦੇਣੀ, ਕੋਈ ਗੱਲ ਨੀ। ਉਹਨੇ 50 ਦੀ, ਮੈਂ 50 ਹੀ ਹੋ ਗਈ। ਮੈਂ ਉਹਨੂੰ ਕਿਹਾ ਵੀ 40 ਘਰ 30 ਘਰ ਮੈਨੂੰ ਤਾਂ ਮੇਰਾ 30,000 ਨਹੀਂ ਲੱਭਦਾ ਮੁੰਡਾ, 20 ਵੀ ਲੱਭਦਾ, ਮੈਂ ਨਹੀਂ ਰੱਖਦਾ। ਫ੍ਰੀ ਲੱਭਦਾ ਫ੍ਰੀ ਬੰਦੇ ਨੇ ਸਾਨੂੰ ਨਾਲ ਰੱਖ ਤੇ ਨਾਲ ਲੈਣਾ ਫ੍ਰੀ ਨਹੀਂ, ਕਿਉਂ ਰੱਖਾਂ ਫ੍ਰੀ ਚ? ਤੁਸੀਂ ਤੁਹਾਡਾ ਘਰ ਬੂਆ ਕੋਈ ਨਹੀਂ, ਤੁਹਾਡੇ ਪਿੱਛੇ ਦੀ ਕੋਈ ਨਹੀਂ, ਤੁਹਾਨੂੰ ਲੱਗਦਾ ਲੈ ਤੁਹਾਨੂੰ ਮਾਂ ਪਿਓ ਨੇ ਕਦ ਲਈ ਪਾਲਿਆ, ਤੁਹਾਨੂੰ ਫ੍ਰੀ ਰੱਖਣ ਵਾਸਤੇ ਪਾਲਿਆ, ਤੁਹਾਨੂੰ ਮਾਂ ਪਿਓ ਨੇ ਆਪਣਾ ਆਸਰਾ ਬਣਾਇਆ ਤੇ ਪੜਾ ਕਾਹਦੇ ਲਈ ਮੁੰਡੇ ਜੰਮਦੇ ਨੇ ਲੋਕ? ਪੁੱਤਰ ਇਸ ਲਈ ਜੰਮਦੇ ਨੇ ਬੁਢਾਪੇ ਦੇ ਵਿੱਚ ਮੇਰਾ ਇਹ ਸਹਾਰਾ ਬਣੇਗਾ, ਨਹੀਂ ਤਾਂ ਧੀਆਂ ਵਰਗਾ ਰਿਸ਼ਤਾ ਕੋਈ ਨਹੀਂ ਹੈਗਾ। ਧੀਆਂ ਬਹੁਤ ਪਿਆਰ ਕਰਦੀਆਂ ਮਾਂ ਪਿਓ, ਰਹਿਮਤ ਨੇ ਧੀਆਂ। ਪੁੱਤਰ ਸਿਰਫ ਬੰਦੇ ਤਰਸਦੇ ਨੇ, ਪੁੱਤਰਾਂ ਨੂੰ ਬਹੁਤਾ ਕਰਦੇ ਨੇ ਕਿ ਪੁੱਤਰ ਜਿਹੜਾ ਮੇਰਾ ਆਸਰਾ ਬਣੇਗਾ। ਤੇ ਪੁੱਤਰ ਲਵੇ ਹੀ ਕੁਝ ਨਾ, ਕਰੇ ਹੀ ਕੁਝ ਨਾ, ਆਖੇ ਬਸ ਮੈਂ ਸਰਦਾਰ ਡੋਗਰ ਦੇ ਨਾਲ ਰਹਿਣਾ, ਮੈਂ ਫ੍ਰੀ ਜੀ ਰਹਿਣਾ, ਮੈਂ ਤਾਂ ਕੋਈ ਗੱਲ ਮੈਂ ਤਾਂ ਨਹੀਂ ਰੱਖਦਾ ਇਹੋ ਜਿਹੇ ਬੰਦੇ। ਮੈਂ ਨਾ ਦੁਨੀਆ ਦੇ ਉੱਤੇ ਆਏ ਹੋ ਕੁਛ ਕਰਕੇ ਆਓ, ਕੁਝ ਪਤਾ ਲੱਗੇ ਵੀ ਤੁਸੀਂ ਦੁਨੀਆ ਦੇ ਉੱਤੇ ਆਏ ਹੋ, ਜ਼ਿੰਦਗੀ ਨੂੰ ਗੁਜ਼ਾਰੋ ਨਾ ਜੀਓ। ਜੀਓ ਅਸੀਂ ਜੀਣ ਆਏ ਆ, ਜ਼ਲੀਲ ਹੋਣ ਨਹੀਂ ਆਏ।